9th क्लास चैप्टर नंबर 4 ਆਪਾਂ ਕਰਨ ਲੱਗੇ ਹਾਂ ਲੀਨੀਅਰ ਇਕੁਏਸ਼ਨਸ ਇਨ 2 ਵੇਰੀਏਬਲਸ। ਸੈਕਿੰਡ ਨੰਬਰ ਚੈਪਟਰ ਨੰਬਰ 2 ਵਿੱਚ ਆਪਾਂ ਪੋਲੀਨੋਮੀਅਲ ਕੀਤਾ ਸੀ। ਉਹਦੇ ਵਿੱਚ ਜਿਹੜੀ ਆਪਾਂ ਪੋਲੀਨੋਮੀਅਲ ਕੀਤਾ ਸੀ 1 ਵੇਰੀਏਬਲ ਵਾਲਾ, ਜਾਂ ਤਾਂ ਸਾਰੀਆਂ ਵੈਲਿਊਜ਼ x ਵਾਲੀਆਂ ਹੋਣਗੀਆਂ ਜਾਂ ਸਾਰੀਆਂ ਵੈਲਿਊਜ਼ y ਵਾਲੀਆਂ ਹੋਣਗੀਆਂ ਜਾਂ z ਵਾਲੀਆਂ ਹੋਣਗੀਆਂ। ਠੀਕ ਆ, ਹੁਣ ਆਪਾਂ ਇਹ ਵਾਲੇ ਇਹਦੇ ਵਿੱਚ ਲੀਨੀਅਰ ਦਾ ਮਤਲਬ ਪਾਵਰ 1 ਇਕੁਏਸ਼ਨਸ 2 ਵੇਰੀਏਬਲ ਹੋਣਗੇ। ਇਹਦੀ ਡੈਫੀਨੇਸ਼ਨ ਪਹਿਲਾਂ ਲਿਖ ਲਓ ਕਿ 2 ਵੇਰੀਏਬਲਸ ਦੀ ਡੈਫੀਨੇਸ਼ਨ ਕੀ ਆ। ਐਨ ਇਕੁਏਸ਼ਨ of the form ax plus by plus c equals to 0 ਜਾਂ ਤੇ ਆ ਹੋਏਗੀ ਜਾਂ ਹੋਏਗੀ ax plus by, ਇੱਧਰ c ਪਲੱਸ ਦਾ ਇੱਧਰ ਜਾ ਕੇ ਕਾਹਦਾ ਹੋ ਗਿਆ ਮਾਈਨਸ ਦਾ। ਦੋਵੇਂ ਫਾਰਮਸ ਵਿੱਚ ਹੋ ਸਕਦੀ ਆ ਵੇਅਰ a b and c are constant। a b ਤੇ c ਕੀ ਆ ਕੌਨਸਟੈਂਟ ਆ। ਠੀਕ ਆ, ਪਰ ਇਹ 'ਚ ਕੰਡੀਸ਼ਨ ਆ ਇੱਕ ਕਿ a ਵੀ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ ਅਤੇ b ਵੀ 0 ਦੇ ਇਕੁਅਲ ਨਹੀਂ ਹੋਣਾ ਚਾਹੀਦਾ। ਵੇਖੋ ਮੰਨ ਲਓ a 0 ਦੇ ਬਰਾਬਰ ਹੋ ਗਿਆ ਅਤੇ x ਨੂੰ a ਨਾਲ ਮਲਟੀਪਲਾਈ ਕੀਤਾ 0 ਰਹਿ ਗਿਆ ਅਤੇ ਇੱਕ ਵੇਰੀਏਬਲ ਰਹਿ ਗਿਆ। ਜਾਂ ਜੇ b 0 ਹੋ ਜਾਂਦਾ ਆ ਅਤੇ b ਨੂੰ y ਨਾਲ ਮਲਟੀਪਲਾਈ ਕੀਤਾ 0 ਨੂੰ ਅਤੇ 0 ਹੋ ਗਿਆ, ਫਿਰ ਇੱਕ ਵੇਰੀਏਬਲ ਰਹਿ ਗਿਆ x ਵਾਲਾ। ਅਤੇ ਆਪਾਂ ਗੱਲ ਕਾਹਦੀ ਕਰਦੇ ਪਏ ਹਾਂ 2 ਵੇਰੀਏਬਲਸ ਦੀ, ਇਸ ਲਈ ਉਹਨੇ ਲਿਖਿਆ ਨਾ ਤਾਂ a 0 ਹੋਣਾ ਚਾਹੀਦਾ ਆ ਨਾ ਹੀ b 0 ਹੋਣਾ ਚਾਹੀਦਾ ਆ। ਐਂਡ x ਐਂਡ y ਇਹ ਦੋਵੇਂ ਕੀ ਆ ਵੇਰੀਏਬਲਸ। x ਅਤੇ y ਕੀ ਆ ਬੇਟਾ ਵੇਰੀਏਬਲਸ। ਇਹਨੂੰ ਬੋਲਦੇ ਆ ਇਜ਼ ਕਾਲਡ ਅ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲਸ। ਐਗਜ਼ਾਮਪਲ ਲੈ ਲਓ, ਐਗਜ਼ਾਮਪਲ ਕੋਈ ਵੀ ਲੈ ਸਕਦੇ, ਜਿਵੇਂ x plus y equals to 9। ਠੀਕ ਆ, 2x plus 3y equals to 15, 9x minus 3y equals to 17। ਕੋਈ ਵੀ ਐਗਜ਼ਾਮਪਲ ਲੈ ਸਕਦੇ ਹੋ। ਦਿਸ ਇਜ਼ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲਸ। ਇੱਕ ਵੇਰੀਏਬਲ ਦੂਜਾ ਵੇਰੀਏਬਲ ਨਾਲ ਕੌਨਸਟੈਂਟ। ਕਲੀਅਰ ਸਾਰਿਆਂ ਨੂੰ? ਇਹ ਆ ਇਹਦੀ ਡੈਫੀਨੇਸ਼ਨ, ਇਹਨੂੰ ਚੰਗੇ ਤਰੀਕੇ ਨਾਲ ਸਮਝ ਲਓ। ਠੀਕ ਆ, ਅੱਗੇ ਆ ਗਿਆ ਆਪਣੇ ਕੋਲ ਐਕਸਰਸਾਈਜ਼ 'ਤੇ ਹੀ ਆਓ। ਐਕਸਰਸਾਈਜ਼ 4.1 ਕਹਿੰਦਾ ਦੀ ਕੋਸਟ ਆਫ ਐਕਸਰਸਾਈਜ਼ 4.1 ਕੀ ਕਹਿ ਰਿਹਾ ਕੁਐਸਚਨ ਦੇਖੋ। ਦੀ ਕੋਸਟ ਆਫ ਏ ਨੋਟਬੁੱਕ ਇਜ਼ ਟਵਾਈਸ ਦੀ ਕੋਸਟ ਆਫ ਏ ਪੈਨ। ਨੋਟਬੁੱਕ ਦੀ ਜਿਹੜੀ ਕੋਸਟ ਆ ਉਹ ਪੈਨ ਦੀ ਕੋਸਟ ਨਾਲੋਂ 2 ਗੁਣਾ ਜ਼ਿਆਦਾ ਆ। ਟਵਾਈਸ ਦਾ ਮਤਲਬ ਮਲਟੀਪਲਾਈ ਬਾਈ 2, ਡਬਲ ਟਾਈਮ 2 ਨਾਲ ਮਲਟੀਪਲਾਈ ਕਰਨਾ। ਰਾਈਟ ਅ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲਸ ਟੂ ਰਿਪਰੈਜ਼ੈਂਟ ਦਿਸ ਸਟੇਟਮੈਂਟ। ਕਹਿੰਦਾ ਇਹਨੂੰ ਇਹ ਸਟੇਟਮੈਂਟ ਨੂੰ ਰਿਪਰੈਜ਼ੈਂਟ ਕਰਨ ਵਾਸਤੇ 2 ਵੇਰੀਏਬਲਸ ਵਾਲੀ ਸਟੇਟਮੈਂਟ ਲਿਖੋ। ਵੇਖੋ ਬੇਟਾ 2 ਚੀਜ਼ਾਂ ਦੀ ਗੱਲ ਕੀਤੀ ਗਈ ਆ, ਕਾਹਦੀ ਨੋਟਬੁੱਕ ਦੀ ਅਤੇ ਦੂਜੀ ਕਿਹੜੀ ਪੈਨ ਦੀ। ਮੈਂ ਕੀ ਲੈ ਕੇ ਚੱਲੀ ਹਾਂ ਲੈਟ ਕੋਸਟ ਆਫ ਫਸਟ ਸਮ ਨੋਟਬੁੱਕ ਕੋਸਟ ਆਫ ਨੋਟਬੁੱਕ ਕਿੰਨੀ ਲੈ ਲਓ x, ਮੰਨ ਲਓ x ਰੁਪਈਆ ਇਹਦੀ ਕੋਸਟ, ਅਤੇ ਪੈਨ ਦੀ ਕੋਸਟ ਲੈ ਲਓ ਕਿੰਨੀ ਲਓਗੇ ਬੇਟਾ y। ਕਲੀਅਰ? ਇਹਦੀ ਹੁਣ ਲੀਨੀਅਰ ਇਕੁਏਸ਼ਨ ਬਣਾਉਣੀ ਆ। ਹੁਣ ਉਹਨੇ ਜਦੋਂ ਵੀ ਆਪਾਂ ਇੱਦਾਂ ਲੀਨੀਅਰ ਇਕੁਏਸ਼ਨ ਬਣਾਉਣੀ ਆ, ਇਕੁਏਸ਼ਨਸ ਨੂੰ ਇਕੁਅਲ ਕਰਨਾ ਹੁੰਦਾ ਆ। ਆ ਦੋਨੋਂ ਇਕੁਅਲ ਨਹੀਂ ਆ, ਇਹਨੂੰ ਮੈਂ ਸਿਰਫ ਵੈਸੇ ਹੀ ਇਕੁਅਲ ਲਿਖਿਆ। ਇਹਨੂੰ ਇਕੁਅਲ ਕਰਨਾ ਕਿਵੇਂ ਆ ਇਹ ਵੇਖੋ। ਮੈਂ ਐਗਜ਼ਾਮਪਲ ਦੇਣ ਲੱਗੀ ਪਹਿਲਾਂ। ਮੰਨ ਲਓ ਮੇਰੇ ਕੋਲ ਇੱਕ ਨੋਟਬੁੱਕ ਆ, ਉਹਦਾ ਰੇਟ ਆ 10 ਰੁਪਏ। ਕਿੰਨਾ ਰੇਟ ਆ 10 ਰੁਪਏ। ਇੱਕ ਪੈਨ ਆ, ਉਹਦਾ ਰੇਟ ਕਿੰਨਾ ਆ ਮੰਨ ਲਓ 5 ਰੁਪਏ। ਉਹਦਾ ਰੇਟ ਕਿੰਨਾ ਆ 5 ਰੁਪਏ। ਇਹਨਾਂ ਦੀ ਮੈਂ ਲੀਨੀਅਰ ਇਕੁਏਸ਼ਨ ਬਣਾਉਣੀ ਆ। ਜਦੋਂ ਮੈਂ ਲੀਨੀਅਰ ਇਕੁਏਸ਼ਨ ਬਣਾਉਂਗੀ ਤਾਂ ਮੈਂ ਦੋਵਾਂ ਨੂੰ ਇਕੁਅਲ ਕਰੂੰਗੀ। ਆ ਦੋਨੋਂ ਇਕੁਅਲ ਆ ਨਹੀਂ ਇਕੁਅਲ। 10 5 ਦੇ ਇਕੁਅਲ ਕਦੀ ਵੀ ਨਹੀਂ ਆ। ਫਿਰ 10 5 ਦੇ ਇਕੁਅਲ ਕਦੋਂ ਹੋਊਗਾ? ਇਹਦੀ ਕੋਸਟ ਨੋਟਬੁੱਕ ਦੀ ਇਹਦੇ ਨਾਲੋਂ ਡਬਲ ਆ ਅਤੇ ਮੈਂ 5 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦੂੰਗੀ
2 ਨਾਲ। ਹੁਣ ਵੇਖੋ 5 2s are 10 ਆ ਆਲਰੇਡੀ 10 ਆ। ਹੁਣ ਇਹ ਦੋਨੋਂ ਰਕਮਾਂ ਇਕੁਅਲ ਹੋਈਆਂ। ਕਦੋਂ ਇਕੁਅਲ ਹੋਈਆਂ? ਜਦੋਂ ਮੈਂ ਛੋਟੀ ਰਕਮ ਨੂੰ ਜਿਹਦੀ ਕਾਸਟ ਘੱਟ ਆ ਉਹਨੂੰ ਮੈਂ 2 ਨਾਲ ਕੀ ਕਰ ਦਿੱਤਾ? ਮਲਟੀਪਲਾਈ। ਕਲੀਅਰ ਜੀ? ਜੇ ਉਹਨੇ ਕਿਹਾ ਹੁੰਦਾ ਟਵਾਈਸ, ਉਹਨੇ ਟਵਾਈਸ ਕਿਹਾ ਨਾ, ਟਵਾਈਸ ਦਾ ਮਤਲਬ ਮਲਟੀਪਲਾਈ ਬਾਈ 2। ਠੀਕ ਆ। ਜੇ ਕਿਹਾ ਹੁੰਦਾ ਥਰਾਈਸ, THRICE, ਇਹਦਾ ਮਤਲਬ ਮਲਟੀਪਲਾਈ ਕਰਨਾ 3 ਨਾਲ। ਸਮਝ ਆਇਆ? ਹੁਣ ਵੇਖੋ ਨੋਟਬੁੱਕ ਦੀ ਕਾਸਟ ਆ X ਅਤੇ ਪੈਨ ਦੀ ਕਿੰਨੀ ਆ Y। ਇਹ ਇਹਦੇ ਨਾਲੋਂ 2 ਗੁਣਾ ਜ਼ਿਆਦਾ ਆ, ਇਹ ਆਲਰੇਡੀ ਜ਼ਿਆਦਾ ਆ। ਇਸ ਕਰਕੇ ਮੈਂ ਜਿਹੜੀ ਰਕਮ ਛੋਟੀ ਆ 5 ਇਹਨੂੰ ਕਿਹਦੇ ਨਾਲ ਮਲਟੀਪਲਾਈ ਕਰੂੰਗੀ? 2 ਨਾਲ। ਸਮਝ ਆਇਆ ਐਗਜ਼ਾਮਪਲ ਤੋਂ? ਸਮਝ ਆਇਆ? ਵੇਖੋ ਮੈਂ ਲਿਖ ਕੇ ਲੈ ਕੇ ਚੱਲੀ ਕਿ ਨੋਟਬੁੱਕ ਦੀ ਕਾਸਟ ਕਿੰਨੀ ਆ? 10 ਰੁਪਏ। ਪੈਨ ਦੀ ਕਿੰਨੀ ਆ? 5। ਮੈਂ ਦੋਵਾਂ ਨੂੰ ਇਕੁਅਲ ਕਰਨਾ ਆ। ਕਿਵੇਂ ਇਕੁਅਲ ਕਰੂੰਗੀ? 10 ਅਤੇ 5 ਦੇ ਇਕੁਅਲ ਕਦੀ ਵੀ ਨਹੀਂ ਆ। ਇਕੁਅਲ ਕਦੋਂ ਹੋਊਗਾ? 10 5 ਦੇ। 5 10 ਦੇ ਇਕੁਅਲ ਕਦੋਂ ਹੋਊਗਾ? ਜਦੋਂ ਮੈਂ 5 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦੂੰਗੀ? 2 ਨਾਲ। ਠੀਕ ਆ। 5 2s are 10। ਹੁਣ ਦੋਵੇਂ ਰਕਮਾਂ ਇਕੁਅਲ ਹੋਈਆਂ। ਇੱਧਰ ਵੀ ਸੇਮ, ਜਿਹੜੀ ਨੋਟਬੁੱਕ ਦੀ ਕਾਸਟ ਆ ਉਹ X ਆ ਅਤੇ ਪੈਨ ਦੀ ਕਿੰਨੀ ਆ? Y। ਠੀਕ ਆ। X ਕਿਹਦੇ ਇਕੁਅਲ ਆ ਗਿਆ? 2Y ਦੇ। X ਇੱਧਰ 2Y ਪਲੱਸ ਦਾ, ਇੱਧਰ ਜਾ ਕੇ ਕਾਹਦਾ ਹੋ ਗਿਆ? ਮਾਈਨਸ ਦਾ। ਇਕੁਅਲਸ ਟੂ 0। ਇਹ ਬਣ ਗਈ ਆਪਣੇ ਕੋਲ ਲੀਨੀਅਰ ਇਕੁਏਸ਼ਨ ਜਿਹੜੀ ਉਹਨੇ ਕਹੀ। ਸਾਮੀ ਇੰਪੋਰਟੈਂਟ ਆ, ਚੰਗੀ ਤਰ੍ਹਾਂ ਦੇਖ ਲਓ। ਸੈਕਿੰਡ ਪਾਰਟ, ਐਕਸਪ੍ਰੈਸ ਦੀ ਫੋਲੋਇੰਗ ਲੀਨੀਅਰ ਇਕੁਏਸ਼ਨਸ ਇਨ ਦੀ ਫੋਰਮ। ਕਹਿੰਦਾ ਜਿਹੜੀਆਂ ਲੀਨੀਅਰ ਇਕੁਏਸ਼ਨਸ ਦਿੱਤੀਆਂ ਨਾ ਇਹਨੂੰ ਆਹ ਵਾਲੀ ਫੋਰਮ 'ਚ ਪਹਿਲਾਂ ਲਿਖੋ। ਠੀਕ ਆ। ਇਹ ਵਾਲੀ ਫੋਰਮ 'ਚ ਲਿਖਣ ਤੋਂ ਬਾਅਦ ਵਿੱਚ ਦੱਸੋ A ਦੀ ਵੈਲਿਊ ਕਿੰਨੀ ਆ, B ਦੀ ਵੈਲਿਊ ਕਿੰਨੀ ਆ ਅਤੇ C ਦੀ ਵੈਲਿਊ ਕਿੰਨੀ। ਦੇਖੋ ਦੂਸਰਾ ਕੁਐਸਚਨ, ਦੂਸਰੇ ਦਾ ਫਸਟ ਆ ਇਕੁਏਸ਼ਨ ਦਿੱਤੀ ਹੈ 3 5 ਬਾਰ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨੇ ਬਾਰ ਪਾਇਆ ਨਹੀਂ ਪਾਇਆ। ਉਹਨੇ ਕਿਹਾ ਕਿਹਦੇ ਨਾਲ ਕੰਪੇਅਰ ਕਰੋ? ਕੰਪੇਅਰ ਵਿਦ ਕਿਹੜੀ ਫਾਰਮ 'ਚ? AX ਪਲੱਸ BY ਪਲੱਸ C ਇਕੁਅਲ ਟੂ 0। ਵੇਖੋ ਬੇਟਾ ਇੱਧਰ ਉਹਨੇ ਕਿਹਾ ਐਕਸਪ੍ਰੈਸ ਦੀ ਫੋਲੋਇੰਗ ਲੀਨੀਅਰ ਇਕੁਏਸ਼ਨ ਇਨ ਦੀ ਫਾਰਮ। ਆਹ ਵਾਲੀ ਫਾਰਮ ਦੇ ਵਿੱਚ ਇਹਨੂੰ ਐਕਸਪ੍ਰੈਸ ਕਰੋ। ਠੀਕ ਆ। ਇਹ ਵਾਲੀ ਫਾਰਮ 'ਚ ਐਕਸਪ੍ਰੈਸ ਕਰਨ ਲਈ ਮੈਂ ਕੀ ਲਿਖਿਆ? ਕੰਪੇਅਰ ਵਿਦ ਆਹ ਵਾਲੀ ਸਾਰੀ ਰਕਮ ਨੂੰ ਇਹਦੇ ਨਾਲ ਕੀ ਕੀਤਾ? ਕੰਪੇਅਰ ਕਰ ਦਿੱਤਾ। ਠੀਕ ਆ। ਹੁਣ ਵੇਖੋ ਕੰਪੇਅਰ AX ਉੱਦਾਂ ਹੀ ਆ, BX ਵੀ ਇੱਧਰ ਆ, ਆਹ ਇਕੁਅਲ ਟੂ ਤਾਂ ਇੱਧਰ ਆ। ਪਹਿਲਾਂ ਤਾਂ ਮੈਂ ਸਾਰੀ ਰਕਮ ਨੂੰ ਇਕੁਅਲ ਟੂ 0 ਕਰੂੰਗੀ ਅਤੇ ਮੈਂ ਕਿੱਦਾਂ ਲਿਖੂੰਗੀ? 2X ਪਲੱਸ 3Y। ਇੱਧਰ 9.35 ਬਾਰ ਪਲੱਸ ਦਾ ਆ, ਦੂਜੇ ਪਾਸੇ ਜਾ ਕੇ ਬੇਟਾ ਕਾਹਦਾ ਹੋ ਗਿਆ? ਮਾਈਨਸ ਦਾ ਇਕੁਅਲ ਟੂ 0। ਹੁਣ ਸੇਮ ਫਾਰਮ 'ਚ ਆ ਗਈ AX ਪਲੱਸ BY ਪਲੱਸ C ਇਕੁਅਲਸ ਟੂ 0। ਸੇਮ ਫਾਰਮ ਆ ਗਈ। A ਦੀ ਵੈਲਿਊ ਬੇਟਾ ਕਿੰਨੀ ਆ? X ਅਤੇ ਆ ਵੀ X ਦੇ ਨਾਲ A ਆ, ਇਹਦੇ X ਦੇ ਨਾਲ ਕੀ ਲੱਗਾ ਆ? 2। ਇਹਦਾ ਮਤਲਬ A ਦੀ ਵੈਲਿਊ ਕਿੰਨੀ ਆ ਗਈ? 2। B ਦੀ ਵੈਲਿਊ ਕਿੰਨੀ ਆ ਗਈ? Y ਆ ਵੀ Y ਆ। Y ਦੇ ਨਾਲ ਕੀ ਲੱਗਾ ਆ? B। ਇਹਦਾ ਮਤਲਬ Y ਦੇ ਨਾਲ ਇੱਥੇ ਕੀ ਲੱਗਾ ਆ? 3। ਅਤੇ C ਦੀ ਵੈਲਿਊ ਆ ਇਕੱਲਾ C ਆ, ਦਿਸ ਵਨ C ਦੀ C ਕੀ ਆ? ਨਾਲ ਮਾਈਨਸ ਵੀ ਲੱਗਾ ਬੇਟਾ, ਵੇਖੋ ਮਾਈਨਸ 9.35 ਬਾਰ। ਬਸ ਇੰਨਾ ਹੀ ਸਾਨੂੰ ਹੋ ਜਾਏਗਾ। ਹਾਂਜੀ। ਇਹਦਾ ਅੱਗੋਂ ਤੁਸੀਂ ਦੇਖੋ ਸੈਕਿੰਡ ਪਾਰਟ, X ਮਾਈਨਸ Y ਓਵਰ 5 ਮਾਈਨਸ 10 ਇਕੁਅਲਸ ਟੂ 0। ਕਲੀਅਰ? ਹਾਂਜੀ। ਇਹਨੂੰ ਮੈਂ ਇੱਦਾਂ ਲਿਖ ਸਕਦਾ ਕੰਪੇਅਰ। ਉਹਨੇ ਪਹਿਲਾਂ ਆਹ ਚੀਜ਼ ਤਾਂ ਜ਼ਰੂਰ ਹੀ ਲਿਖਣੀ ਹੈ ਨਾ, ਕੰਪੇਅਰ ਵਿਦ AX ਪਲੱਸ BY ਪਲੱਸ C ਇਕੁਅਲਸ ਟੂ 0। AX X B ਨੂੰ ਅੱਡ ਕਰ ਲਓ। 1 ਓਵਰ 5Y ਲਿਖ ਸਕਦੀ ਹਾਂ। Y ਨੂੰ 1 ਨਾਲ ਕੀਤਾ Y ਆ ਗਿਆ ਓਵਰ 5, ਥੋੜ੍ਹਾ ਈਜ਼ੀ ਹੋ ਜਾਏਗਾ। ਮਾਈਨਸ 10 ਇਕੁਅਲਸ ਟੂ 0। A ਦੀ ਵੈਲਿਊ X ਦੇ ਨਾਲ ਆ X ਆ ਵੀ X ਆ। X ਦੇ ਨਾਲ ਕੀ ਲੱਗਾ? A। ਇੱਥੇ X ਦੇ ਨਾਲ ਕੁਛ ਨਹੀਂ ਆ, ਜਦੋਂ ਕੁਛ ਨਹੀਂ ਹੁੰਦਾ ਤਾਂ ਕੀ ਲੱਗਦਾ ਆ? 1। Y ਦੀ ਵੈਲਿਊ B ਦੀ ਵੈਲਿਊ ਆ Y ਆ ਵੀ Y ਆ। Y ਦੇ ਨਾਲ ਕੀ ਲੱਗਾ ਬੇਟਾ? B। ਇੱਥੇ Y ਦੇ ਨਾਲ ਕੀ ਆ? ਮਾਈਨਸ 1 ਓਵਰ 5 C ਕਿੰਨਾ ਆ ਗਿਆ? ਮਾਈਨਸ 10। ਬਸ ਇੰਨਾ ਹੀ ਸਾਨੂੰ ਥਰਡ ਸਮ ਹੋ ਜਾਏਗਾ। ਥਰਡ ਸੇਮ ਆ। ਫੋਰਥ ਵੇਖੋ, ਥਰਡ ਇਹਦਾ ਪਾਰਟ ਕਰ ਲਿਓ। ਫੋਰਥ ਦੇਖ ਲਓ ਬੇਟਾ ਜੀ, X ਇਕੁਅਲ ਟੂ 3Y। ਕੀ ਲਿਖੋਗੇ?
कंपेयर विद ax प्लस by प्लस c इक्वल्स टू 0। x इधर 3y प्लस का इधर जाके कादा हो गया माइनस का, c है ही नहीं, c 0। जी चीज़ नहीं हैगी इट मीनस वो 0 आ। ठीक है, a की वैल्यू x ते x के नाल a, x के नाल 1, b y सिंपल y वेखना, y के नाल b, इतने y के नाल -3, c हैगा नहीं, यदा मतलब c कितना आ गया 0, c कितना आ गया जी 0। क्लीयर। नैक्सट वेखो अगे अपने कोल आ गया फोर्थ सम। फोर्थ की है 2x, ये थर्ड वर्गा ही आ, इधर जाके 5 का हो जाएगा प्लस का हो जाएगा 5y इक्वल टू 0, c की वैल्यू इतने भी 0 है। सिक्स्थ वेखो, फिफ्थ नहीं सिक्स्थ वेखो 3x प्लस 2 इक्वल्स टू 0। कंपेयर किहदे नाल करना है, किहदे नाल करना है ax प्लस by प्लस c इक्वल्स टू 0। वेखो x वाली रकम हैगी है, हुण y वाली रकम ही नहीं हैगी, मैनू की लिख लूँगी 0y, ईजी करन। जिहड़ी रकम नहीं ना हैगी उन्होंने की लिख लोगे 0y प्लस 2 इक्वल टू 0। a की वैल्यू बेटा 3, b की वैल्यू 0, c की वैल्यू 2। x है ना, वेखो सिंपल तरीका, x नाल a, x नाल 3, y नाल b, y नाल 0, c 2। ठीक है जी। अगे सैवंथ सम भी सेम, y माइनस 2 इक्वल टू 0 की लिखोगे कंपेयर विद ax प्लस by प्लस c इक्वल्स टू 0। 0x प्लस y माइनस 2 कि बराबर हो गया 0 दे, a कितना आ गया बेटा 0, b कितना आ गया 1, c कितना आ गया -2 हो जाएगा। एंड वाला भी वेख लो 8वां सम 5 इक्वल्स टू 2x। वेखो 2x उदा ही इतने लिख लो, पहला आ चीज़ तो जरूर ही लिखनी है ना, कंपेयर विद ax प्लस by प्लस c इक्वल्स टू 0। 2x उदा ही, y नहीं हैगा 0y, इधर 5 प्लस का इधर जाके कादा हो जाएगा माइनस का। a की वैल्यू बेटा x के नाल की है 2, b की वैल्यू 0, c की वैल्यू -5। एक्सरसाइज कंप्लीट। इनू चंगे तरीके नाल करना है, डेफिनेशनस देखनिया आ, इहदियां एग्जाम्पल्स दित्तियां आ, इन्हों भी एक बारी चंगी तरह पढ़ लियो। ठीक है, बाकी गल